ਕਾਰਡੀਨਲ ਰੂਲਸ ਵੀ ਇਸ ਬਿਜ਼ਨਸ ਦੇ ਵਿੱਚ ਉਹ ਕਿਹੜੇ ਕੰਮ ਹੈ ਜਿਹੜੇ ਆਪਾਂ ਨਹੀਂ ਕਰਨੇ। ਤਾਂ ਦੇਖੋ, ਕੋਈ ਵੀ ਚੀਜ਼ ਜੋ ਆਪਾਂ ਸ਼ੁਰੂ ਕਰਦੇ ਹਾਂ, ਕੋਈ ਬਿਜ਼ਨਸ ਹੈ, ਕੁਝ ਵੀ ਕੰਮ ਹੈ, ਤਾਂ ਹਰੇਕ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਬਹੁਤ ਜ਼ਰੂਰੀ ਹੁੰਦੇ ਹੈ। ਉਹਨਾਂ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਕੇ ਹੀ ਅਸੀਂ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹਾਂ। ਦੇਖੋ, ਰੂਲ ਐਂਡ ਰੈਗੂਲੇਸ਼ਨ ਤੋਂ ਬਿਨਾਂ ਕੋਈ ਵੀ ਚੀਜ਼ ਪੋਸੀਬਲ ਨਹੀਂ। ਤਾਂ ਇਸੇ ਤਰ੍ਹਾਂ ਹੀ ਇਸ ਬਿਜ਼ਨਸ ਦੇ ਵਿੱਚ ਰੂਲ ਨੇ ਜੋ ਅਸੀਂ ਫਾਲੋ ਕਰਨੇ ਹੈ, ਅਤੇ ਉਹ 3 ਕਾਰਡੀਨਲ ਰੂਲ ਉਹ ਗੱਲਾਂ ਵੀ ਜਿਹੜੀਆਂ ਅਸੀਂ ਇਸ ਬਿਜ਼ਨਸ ਵਿੱਚ ਨਹੀਂ ਕਰਨੀਆਂ। ਕਿਉਂ? ਜੇਕਰ ਅਸੀਂ ਅਜਿਹੇ ਕੰਮ ਨਾ ਕਰਾਂਗੇ ਤਾਂ ਹੀ ਅਸੀਂ ਆਪਣਾ ਬਿਜ਼ਨਸ ਅੱਛੇ ਤਰ੍ਹਾਂ ਗਰੋ ਕਰ ਸਕਾਂਗੇ। ਕਾਰਡੀਨਲ ਰੂਲਸ, ਕਾਰਡੀਨਲ ਤੋਂ ਭਾਵ ਹੈ ਦਿਲ। ਕਾਰਡੀਨਲ ਦਿਲ ਮੀਨਸ ਦਿਲ ਤੋਂ, ਵੀ ਉਹ ਗੱਲਾਂ ਜੋ ਅਸੀਂ ਆਪਣੇ ਦਿਲ ਤੋਂ ਫਾਲੋ ਕਰਦੇ ਹਾਂ, ਆਪਣੇ ਦਿਲ, ਆਪਣੇ ਪੂਰੇ ਹਾਰਟ ਤੋਂ ਆਪਾਂ ਫਾਲੋ ਕਰਦੇ ਹਾਂ, ਉਹ ਗੱਲਾਂ, ਉਹਨਾਂ ਨੂੰ ਕਾਰਡੀਨਲ ਰੂਲ ਕਹਿੰਦੇ ਆ। ਮੀਨਸ ਕੋਈ ਵੀ ਆਪਣੀ ਬਿਜ਼ਨਸ ਹੈ, ਆਪਣੀ ਟੀਮ ਹੈ, ਉਹਦੇ 'ਚ ਆਪਾਂ ਏਕਤਾ ਬਣਾਈ ਰੱਖਣੀ, ਉਹਨੂੰ ਗਰੋ ਕਰਨਾ, ਉਹਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਸਾਨੂੰ ਉਹਨਾਂ ਰੂਲਸ ਦੀ ਨੂੰ ਦਿਲ ਤੋਂ ਫਾਲੋ ਕਰਨਾ ਪਵੇਗਾ। ਜੇਕਰ ਅਸੀਂ ਉਹਨਾਂ ਰੂਲਸ ਨੂੰ ਦਿਲ ਤੋਂ ਫਾਲੋ ਕਰਾਂਗੇ ਤਾਂ ਹੀ ਅਸੀਂ ਗਰੋ ਕਰ ਸਕਾਂਗੇ ਤੇ ਇੱਕ ਦਿਨ ਬਹੁਤ ਵੱਡਾ ਇੰਪਾਇਰ ਖੜਾ ਕਰ ਸਕਾਂਗੇ। ਜੇਕਰ ਅਸੀਂ ਉਹ ਰੂਲਸ ਨੂੰ ਬ੍ਰੇਕ ਕਰਾਂਗੇ ਤਾਂ ਡੈਫੀਨੇਟ ਹੈ ਕਿ ਅਸੀਂ ਸਫਲ ਨਹੀਂ ਹੋ ਸਕਾਂਗੇ, ਅਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਗਰੋ ਨਹੀਂ ਕਰ ਸਕਾਂਗੇ। ਤਾਂ ਉਹ ਕਾਰਡੀਨਲ ਰੂਲ ਕਿਹੜੇ ਆ? ਸਭ ਤੋਂ ਪਹਿਲਾਂ ਵੀ ਇਹ ਹੈ ਕਿ ਡੋਂਟ ਡੂ ਐਨੀਥਿੰਗ ਫॉर द फर्स्ट टाइम विदाउट ਚੈਕਿੰਗ ਅਪ ਵਿਦ ਯੂਰ ਅਪਲਾਈਨ। ਮਤਲਬ ਸਭ ਤੋਂ ਪਹਿਲਾਂ ਤੁਸੀਂ ਬਿਜ਼ਨਸ ਜੁਆਇਨ ਕਰ ਲਿਆ ਤਾਂ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਹੈ ਵੀ ਮੈਨੂੰ ਤਾਂ ਬਹੁਤ ਕੁਝ ਨੌਲੇਜ ਹੈ, ਵੀ ਮੈਂ ਤਾਂ ਸਭ ਕੁਝ ਗੇਨ ਕਰ ਲਿਆ, ਤਾਂ ਵੀ ਤੁਹਾਡਾ ਮਤਲਬ ਤੁਸੀਂ ਕੁਝ ਕਰਨਾ ਚਾਹੁੰਦੇ ਆਪਣੀ ਮਾਈਂਡ ਦੇ ਨਾਲ, ਤਾਂ ਕੁਝ ਵੀ ਅਜਿਹਾ ਨਹੀਂ ਕਰਨਾ ਜਿਸ ਦੇ ਬਾਰੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਅਪਲਾਈਨ ਨੂੰ ਕੰਸਲਟ ਕਰੋ। ਅਪਲਾਈਨ ਕੌਣ ਹੁੰਦੀ ਹੈ? ਦੇਖੋ, ਜੇਕਰ ਅਸੀਂ ਮੈਰਿਡ ਹਾਂ ਤਾਂ ਸਾਡੇ ਹਸਬੈਂਡ ਅਪਲਾਈਨ, ਜੇਕਰ ਅਸੀਂ ਬੱਚੇ ਹਾਂ ਤਾਂ ਸਾਡੇ ਪੇਰੈਂਟਸ, ਜੇਕਰ ਅਸੀਂ ਜੌਬ ਕਰਦੇ ਹਾਂ ਤਾਂ ਸਾਡੇ ਬੌਸ। ਠੀਕ ਹੈ, ਜੇਕਰ ਅਸੀਂ ਐਮਏ ਬਿਜ਼ਨਸ ਦੇ ਵਿੱਚ ਜੁਆਇਨ ਕੀਤਾ ਤਾਂ ਸਾਡੇ ਅਪਲਾਈਨ ਕੀ ਹੈ? ਸਾਡੇ ਮੈਂਟਰਸ, ਸਾਡੇ ਸੀਨੀਅਰਸ, ਜਿਨ੍ਹਾਂ ਦੀ ਬਦੌਲਤ ਸਦਕਾ ਹੀ ਅਸੀਂ ਇਸ ਵੰਡਰਫੁਲ ਬਿਜ਼ਨਸ ਨੂੰ ਜੁਆਇਨ ਕੀਤਾ। ਤਾਂ ਅਸੀਂ ਕੋਈ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ, ਕੋਈ ਵੀ ਗੱਲ ਹੈ, ਜਾਂ ਕੋਈ ਵੀ ਅਸੀਂ ਨਵਾਂ ਕੰਮ ਕਰਨਾ ਸ਼ੁਰੂ ਚਾਹੁੰਦੇ ਹਾਂ ਤਾਂ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਨਾ। ਤਾਂ ਉਸ ਨੂੰ ਕਰਨ ਤੋਂ ਪਹਿਲਾਂ ਜ਼ਰੂਰ ਕੰਸਲਟ ਕਰੋ, ਆਪਣੇ ਅਪਲਾਈਨਸ ਦੇ ਨਾਲ ਗੱਲ ਕਰੋ। ਦੇਖੋ, ਕੋਈ ਵੀ ਟਾਈਮ ਹੋਵੇ, ਕਦੋਂ ਵੀ ਹੋਵੇ, ਤੁਸੀਂ ਜ਼ਰੂਰ ਆਪਣੇ ਅਪਲਾਈਨਸ ਨੂੰ ਕਾਲ ਕਰ ਸਕਦੇ ਹੋ, ਉਹਨਾਂ ਨਾਲ ਡਿਸਕਸ ਕਰ ਸਕਦੇ ਆ। ਤੇ ਕੋਈ ਵੀ ਅਜਿਹਾ ਪਰਸਨ ਨਹੀਂ ਹੋਊਗਾ ਜਿਹੜਾ ਤੁਹਾਨੂੰ ਸੁਣੂਗਾ ਨਹੀਂ, ਤੁਹਾਨੂੰ ਗਾਈਡ ਨਹੀਂ ਕਰੂਗਾ। ਦੇਖੋ, ਮੈਂ ਇੱਕ ਨਿੱਕੀ ਜੀ ਮਤਲਬ ਹਾਸੇ ਵਾਲੀ ਗੱਲ ਹੀ ਹੈ ਕਿ ਇੱਕ ਦਿਨ ਮੈਂ ਜਸਟ ਜੋਕ ਕੀਤਾ ਅਮਨ ਦੇ ਨਾਲ। ਮੈਂ ਕਿਹਾ, ਅਮਨ ਵੀ ਨਾ ਮੈਂ ਚੱਡਾ ਸਰ ਨੂੰ ਕਾਲ ਕਰਕੇ ਪੁੱਛਾਂ ਵੀ ਉਹਨਾਂ ਕੋਲ ਇਹੋ ਜਿਹਾ ਕਿਹੜਾ ਮੰਤਰ ਹੈ ਵੀ ਜਿਹੜਾ ਉਹ ਫੂਕ ਦਿੰਦੇ ਹੈ ਤੇ ਮਤਲਬ ਹਰ ਬੰਦਾ ਉਹਨਾਂ ਦੀ ਟੀਮ 'ਚ ਜੁਆਇਨ ਕਰ ਲੈਂਦਾ। ਤਾਂ ਅਮਨ ਪਹਿਲਾਂ ਬਹੁਤ ਜ਼ਿਆਦਾ ਹੱਸੀ, ਫਿਰ ਕਹਿੰਦੀ ਨਹੀਂ ਦੀਦੀ ਇਹੋ ਜਿਹੀ ਗੱਲ ਨਹੀਂ ਕਰਨੀ। ਮੈਂ ਕਿਹਾ ਵੀ ਜਸਟ ਯਾਰ ਮੈਂ ਮਜ਼ਾਕ ਕਰ ਰਹੀ ਹਾਂ, ਵੀ ਮੈਂ ਤਾਂ ਸੱਚੀ ਥੋੜੀ ਮੈਂ ਪੁੱਛ ਰਹੀ ਹਾਂ। ਦੇਖੋ, ਆਪਣਾ ਮਾਈਂਡ ਕੀ ਹੈ? ਵਿਹਲਾ ਮਨ ਸ਼ੈਤਾਨ ਦੀ ਟਕਸਾਲ। ਤਾਂ ਇਹਦੇ ਵਿੱਚ ਕਿਸੇ ਵੀ ਸਮੇਂ ਕੋਈ ਵੀ ਫੁਰਨਾ ਫੁਰ ਸਕਦਾ ਹੈ, ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ। ਤਾਂ ਤੁਹਾਨੂੰ ਜ਼ਰੂਰ ਆਪਣੇ ਅਪਲਾਈਨ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ। ਉਹੀ ਤੁਹਾਨੂੰ ਮਤਲਬ ਉਹ ਬਿਜ਼ਨਸ ਦੇ ਵਿੱਚ ਪਹਿਲਾਂ ਆਏ ਹੁੰਦੇ ਆ, ਉਹਨਾਂ ਨੂੰ ਨੌਲੇਜ ਹੁੰਦੀ ਹੈ, ਹਨਾ। ਉਹ ਕੋਈ ਵੀ ਚੰਗਾ ਕੰਮ ਹੈ, ਜੇ ਤੁਸੀਂ ਚੰਗਾ ਸੋਚਦੇ ਹੋ ਤਾਂ ਤੁਹਾਡੀ ਉਹ ਪ੍ਰੇਜ਼ ਕਰਦੇ ਵੀ ਹਾਂਜੀ ਇਹ ਇਸ ਤਰ੍ਹਾਂ ਕਰਨਾ ਚਾਹੀਦਾ, ਵੀ ਇਸ ਤਰ੍ਹਾਂ ਪ੍ਰੋਸਪੈਕਟ ਨੂੰ ਮਿਲੋ, ਹਨਾ, ਇਸ ਤਰ੍ਹਾਂ ਪਲਾਨ ਦਿਖਾਓ। ਜੇਕਰ ਤੁਸੀਂ ਗਲਤ ਕਰਦੇ ਆ ਤਾਂ ਨਾਲ ਦੀ ਨਾਲ ਤੁਹਾਨੂੰ ਟੋਕਦੇ ਵੀ ਨਹੀਂ, ਇਹਦੇ ਵਿੱਚ ਜੇ ਆਪਾਂ ਗਰੋ ਕਰਨਾ ਤਾਂ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਦੇਖੋ, ਕਈ ਵਾਰ ਇਹ ਹੁੰਦਾ ਸਾਡੇ ਮਾਈਂਡ 'ਚ ਆਉਂਦਾ ਕਿ ਮੈਂ ਪ੍ਰੋਡਕਟ ਮੂਵ ਕਰਨੇ ਆ ਤਾਂ ਮੈਂ ਡਿਜੀਟਲ ਪਲੇਟਫਾਰਮ ਤੇ ਕਰਦੇ ਹਾਂ, ਜਾਂ ਮੇਰੀ ਸ਼ਾਪ ਹੈ ਜਾਂ ਮੈਂ ਉੱਥੇ ਰੱਖਦਾ। ਇਹੋ ਜਿਹੇ ਬਹੁਤ ਖਿਆਲ ਆਉਂਦੇ ਆ। ਦੇਖੋ, ਜਦੋਂ ਆਪਾਂ ਨਵਾਂ ਬਿਜ਼ਨਸ ਜੁਆਇਨ ਕਰਦੇ ਹਾਂ ਨਾ ਤਾਂ ਡੈਫੀਨੇਟਲੀ ਆਉਂਦੇ ਆ, ਹਰ ਇੱਕ ਦੇ ਮਾਈਂਡ 'ਚ ਆਉਂਦੇ। ਕਈ ਵਾਰ ਸਾਡੇ ਵੀ ਏਦਾਂ ਦਾ ਕੁਛ ਆਉਂਦਾ, ਤਾਂ ਉਹ ਫਟਾਫਟ ਉਸ ਨੂੰ ਕਰਨ ਤੋਂ ਪਹਿਲਾਂ, ਉਸ ਨੂੰ ਆਪਣੇ ਆਪ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਅਪਲਾਈਨ ਦੇ ਨਾਲ ਗੱਲ ਕਰੋ। ਉਹ ਜਿਵੇਂ ਵੀ ਤੁਹਾਨੂੰ ਸੁਜੈਸਟ ਕਰਦੇ ਆ, ਜਿਵੇਂ ਵੀ ਕਹਿੰਦੇ ਆ, ਉਸ ਦੇ ਅਨੁਸਾਰ ਉਸ ਚੀਜ਼ ਨੂੰ ਫਾਲੋ ਕਰੋ। ਦੇਖੋ, ਜੇਕਰ ਅਸੀਂ ਅਜਿਹਾ ਕਰਦੇ ਹਾਂ ਤੇ ਇਹਦੇ ਨਾਲ ਕੀ ਹੈ? ਸਾਡਾ ਟਾਈਮ, ਐਫਰਟ ਤੇ ਮਨੀ ਸਭ ਦੀ ਬੱਚਤ ਹੁੰਦੀ ਹੈ। ਜੇਕਰ ਅਸੀਂ ਬਿਨਾਂ ਸੋਚੇ ਸਮਝੇ ਕੋਈ ਵੀ ਕਦਮ ਉਠਾ ਲੈਂਦੇ ਹਾਂ ਨਾ, ਇਹਦੇ ਨਾਲ ਟਾਈਮ, ਐਫਰਟ ਤੇ ਮਨੀ ਸਭ ਵੇਸਟ ਜਾਂਦੇ ਆ ਤੇ ਅਸੀਂ ਕਿਸੇ ਮੁਕਾਮ ਤੇ ਨਹੀਂ ਪਹੁੰਚ ਸਕਦੇ। ਤਾਂ ਇਸ ਕਰਕੇ ਹਰ ਇੱਕ ਕੰਮ ਆਪਣੇ ਅਪਲਾਈਨ ਨੂੰ ਪੁੱਛ ਕੇ ਕਰਨਾ ਹੈ। ਦੂਸਰਾ ਹੈ ਵੀ ਡੋਂਟ ਪਾਸ ਐਨੀ ਨੈਗੇਟਿਵ ਵਿਦ ਯੂਰ ਡਾਊਨਲਾਈਨ ਐਂਡ ਕ੍ਰੋਸ ਲਾਈਨ। ਦੇਖੋ, ਡਾਊਨਲਾਈਨ ਤੇ ਕ੍ਰੋਸ ਲਾਈਨ ਕੀ ਹੁੰਦੀ ਹੈ?
ਡਾਊਨਲਾਈਨ ਤੁਸੀਂ ਮੰਨ ਲਓ ਫੈਮਿਲੀ ਦੇ ਹੈਡ ਆ ਅਸੀਂ, ਤਾਂ ਸਾਡੇ ਜਿਹੜੇ ਮਤਲਬ ਮੀਆਂ ਬੱਚੇ ਆ ਸਾਡੇ ਹਨਾ, ਪੇਰੈਂਟਸ ਸਾਰੇ ਇਹ ਸਾਡੇ ਡਾਊਨਲਾਈਨ ਹੈ। ਜੇਕਰ ਅਸੀਂ ਜੌਬ ਦੇ ਵਿੱਚ ਅਸੀਂ ਬੌਸ ਹੈ ਤਾਂ ਸਾਡੇ ਜਿਹੜੇ EMPLOYEES ਹੈ, 4th ਕਲਾਸ EMPLOYEES, ਇਹ ਸਾਡੇ ਸਾਰੇ ਡਾਊਨਲਾਈਨ ਹੈ। ਠੀਕ ਹੈ। ਤੇ ਕ੍ਰਾਸ ਲਾਈਨ ਕੀ ਹੈ? ਸਾਡੇ ਨੇਬਰਸ ਹੋ ਗਏ, ਸਾਡੇ ਰਿਲੇਟਿਵ, ਸਾਡੇ ਨਾਲ ਸੰਬੰਧ ਰੱਖਣ ਵਾਲੇ ਲੋਕ, ਇਹ ਸਾਰੇ ਕੀ ਹੈ? ਕ੍ਰਾਸ ਲੱਗੇ ਹੈ। ਇੱਕ ਚੇਨ ਹੈ ਬਿਜ਼ਨਸ ਦੇ ਵਿੱਚ ਇਸ ਤਰ੍ਹਾਂ ਦੀ, ਡਾਊਨ ਲਾਈਨ ਦੀ, ਕ੍ਰਾਸ ਲਾਈਨ ਦੀ, ਹੈ ਨਾ, ਅਪ ਲਾਈਨ ਦੀ। ਤਾਂ ਇਸ ਚੇਨ ਨੂੰ ਬਣਾਈ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ ਵੀ ਇਹਨਾਂ ਕਾਰਡੀਨਲ ਰੂਲਸ ਦੀ ਪਾਲਣਾ ਕਰਨਾ। ਜੇਕਰ ਅਸੀਂ ਦੇਖੋ ਕੋਈ ਬਿਜ਼ਨਸ ਦੇ ਵਿੱਚ ਨਵਾਂ ਜੁਆਇਨ ਕੀਤਾ, ਤੁਹਾਡਾ ਡਾਊਨ ਲਾਈਨ ਹੈ, ਤਾਂ ਮੰਨ ਲਓ ਉਹ ਪਹਿਲੀ ਵਾਰ ਪ੍ਰੋਸਪੈਕਟ ਨੂੰ ਮਿਲਦਾ ਜਾਂ ਡੈਮੋ ਦਿੰਦਾ, ਮਤਲਬ ਉਹ ਅੱਛਾ ਨਹੀਂ ਕਰ ਪਾਉਂਦਾ ਹਨਾ, ਤਾਂ ਉਸਨੂੰ ਕੋਈ ਵੀ ਨੈਗੇਟਿਵਿਟੀ ਪਾਸ ਨਹੀਂ ਕਰਨੀ ਵੀ ਤੂੰ ਇੱਥੇ ਇਸ ਤਰ੍ਹਾਂ ਸ਼ੋਅ ਕੀਤਾ, ਏਦਾਂ ਨਹੀਂ ਸੀ ਹੋਣਾ, ਇਹ ਨਹੀਂ ਸੀ। ਬਿਲਕੁਲ ਜੋ ਵੀ ਕਰਦਾ ਉਹਨੂੰ ਮੋਟੀਵੇਟ ਕਰੋ। ਦੇਖੋ ਮੋਟੀਵੇਸ਼ਨ ਦੇ ਨਾਲ ਹੀ ਸਭ ਕੁਝ ਹੈ। ਇਨਕਰੇਜ ਕਰੋ, ਜੇਕਰ ਤੁਸੀਂ ਉਹਨੂੰ ਇਨਕਰੇਜ ਕਰੋਗੇ, ਮੋਟੀਵੇਟ ਕਰੋਗੇ, ਤਾਂ ਹੋਰ ਉਹ ਬਹੁਤ ਚੰਗਾ ਕੰਮ ਕਰੇਗਾ। ਦੇਖੋ ਅੱਜ ਦੀ ਐਗਜ਼ਾਮਪਲ ਹੈ, ਜਦੋਂ ਹੀ ਸਰ ਦੀ ਮੈਨੂੰ ਕਾਲ ਆਈ ਤਾਂ ਸਭ ਤੋਂ ਪਹਿਲਾਂ ਮੇਰਾ ਮਾਈਂਡ ਫਟਾਫਟ ਵਾਈਬ੍ਰੇਟ ਹੋ ਗਿਆ ਕਿ ਸਰ ਮੈਨੂੰ ਹਾਲ ਚਾਲ ਪੁੱਛਣ ਲਈ ਕਾਲ ਕਰ ਰਹੇ ਹੈ, ਤਾਂ ਮੈਂ ਪੋਜ਼ਿਟਿਵ ਹੀ ਦੇਣਾ ਹੈ। ਤਾਂ ਦੇਖੋ ਪਹਿਲੇ ਚਾਹੇ ਮੈਨੂੰ ਪ੍ਰੋਬਲਮ ਸੀ, ਤਾਂ ਸਰ ਨੇ ਜਦੋਂ ਹੀ ਮੈਨੂੰ ਪੁੱਛਿਆ ਵੀ ਬੇਟਾ ਕਿੱਦਾਂ ਹੋ, ਮੈਂ ਕਿਹਾ ਸਰ ਬਹੁਤ ਵਧੀਆ ਬਹੁਤ ਵਧੀਆ। ਸਰ ਨੇ ਕਿਹਾ ਟੌਪਿਕ ਮਤਲਬ ਬੋਲਣਾ ਹੈ, ਮੈਂ ਨਾ ਚਾਹੁੰਦੇ ਮੈਂ ਨਾ ਤਾਂ ਕਹਿਣੀ ਨਹੀਂ ਸੀ ਕਿਉਂਕਿ ਨੈਗੇਟਿਵਿਟੀ ਸਿੱਖੀ ਨਹੀਂ। ਮੈਂ ਸਰ ਨੂੰ ਉਦਾਂ ਹੀ ਕਹਿ ਦਿੱਤਾ, ਮੈਂ ਕਿਹਾ ਹਾਂਜੀ ਸਰ ਮੈਂ ਜ਼ਰੂਰ ਬੋਲਾਂਗੀ। ਔਰ ਸਰ ਨੇ ਮੈਨੂੰ ਇੰਨੀ ਪੋਜ਼ਿਟਿਵਿਟੀ ਦਿੱਤੀ, ਜਦੋਂ ਉਦੋਂ ਮੇਰਾ ਮਾਈਂਡ ਹੀ ਚੇਂਜ ਹੋ ਗਿਆ ਨਾ, ਮਾਈਂਡ ਆ ਤੁਹਾਡਾ ਵਾਈਬ੍ਰੇਟ ਹੋ ਜਾਂਦਾ ਹੈ। ਨੈਗੇਟਿਵਿਟੀ ਤੋਂ ਇਹ ਛੱਡ ਕੇ ਨਾ ਪੋਜ਼ਿਟਿਵਿਟੀ ਵੱਲ ਤੁਹਾਡਾ ਮਾਈਂਡ ਵਾਈਬ੍ਰੇਟ ਹੋ ਜਾਂਦਾ ਹੈ। ਦੇਖੋ ਇਹ ਸਾਰੀਆਂ ਜਿਹੜੀਆਂ ਗੱਲਾਂ ਨਾ ਸਾਨੂੰ ਬੁੱਕਸ ਦੇ ਵਿੱਚ ਕਿਤੇ ਨਹੀਂ ਮਿਲਦੀਆਂ। ਸਿਲੇਬਸ ਦੀਆਂ ਬੁੱਕਸ ਅਸੀਂ ਵੀ ਪੜ੍ਹੀਆਂ, ਹੁਣ ਤੱਕ ਪੜ੍ਹ ਕੇ ਆਏ ਹਾਂ ਔਰ ਬੱਚਿਆਂ ਨੂੰ ਵੀ ਪੜ੍ਹਾਉਣੀਆਂ। ਦੇਖੋ ਏਦਾਂ ਦੀ ਕੋਈ ਮੋਰਲ ਐਜੂਕੇਸ਼ਨ, ਜੋ ਜਿਹੜੀ ਇਹ ਰਿਲੇਸ਼ਨਸ ਹੈ, ਜੋ ਪੋਜ਼ਿਟਿਵਿਟੀ ਹੈ, ਜੋ ਐਨਕਰੇਜਮੈਂਟ ਹੈ, ਇਹ ਸਾਨੂੰ ਕਿੱਥੋਂ ਮਿਲਦੀ ਹੈ? ਇਹ ਸਾਨੂੰ ਆਪਣੇ ਮੈਂਟਰਸ ਤੋਂ, ਆਪਣੇ ਜ਼ਰੂਰੀ ਨਹੀਂ ਆਪਣੇ ਸੀਨੀਅਰ, ਆਪਣੇ ਜੂਨੀਅਰ, ਹਰ ਬੰਦੇ ਤੋਂ, ਆਪਣੀ ਟੀਮ ਤੋਂ ਮਿਲਦੀ ਹੈ। ਜੋ ਉਹਨਾਂ ਨੇ ਸਿੱਖਿਆ ਹੁੰਦਾ ਨਾ ਐਕਸਪੀਰੀਅੰਸ, ਉਹ ਸਾਨੂੰ ਸ਼ੇਅਰ ਕਰਦੇ ਆ ਔਰ ਉਹਨਾਂ ਤੋਂ ਸਿੱਖ ਕੇ ਹੀ ਅੱਗੇ ਅਸੀਂ ਆਪਣੀ ਜੋ ਸਾਡੀ ਡਾਊਨਲਾਈਨ ਉਹਨਾਂ ਨੂੰ ਸਿਖਾਉਣਾ ਹੁੰਦਾ। ਇਸ ਕਰਕੇ ਇਸ ਬਿਜ਼ਨਸ ਦੇ ਵਿੱਚ ਇਨਕਰੇਜਮੈਂਟ ਤੇ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ। ਮੋਟੀਵੇਸ਼ਨ ਦੇ ਨਾਲ ਹੀ ਦੇਖੋ ਕੋਈ ਵੀ ਤੁਹਾਡਾ ਨਿਊ ਕੈਂਡੀਡੇਟ ਹੈ, ਮੰਨ ਲਓ ਪ੍ਰੋਸਪੈਕਟ ਹੈ, ਤੁਹਾਡਾ ਟੀਮ ਦੇ ਵਿੱਚ ਜੁਆਇਨ ਕੀਤਾ, ਚਾਹੇ ਉਹ ਪੇਸਟ ਵੀ ਰਿਟੇਲ ਕਰਦਾ ਹੈ, ਤਾਂ ਉਹਨੂੰ ਇੰਨਾ ਕੁ ਜ਼ਿਆਦਾ ਮੋਟੀਵੇਟ ਕਰੋ ਕਿ ਉਹਨੂੰ ਲੱਗੇ ਕਿ ਮੈਂ ਤਾਂ ਸਭ ਕੁਝ ਕਰ ਸਕਦਾ ਹਾਂ, ਆਈ ਕੈਨ ਡੂ ਐਵਰੀਥਿੰਗ। ਤਾਂ ਇਸ ਤਰ੍ਹਾਂ ਦੀ ਕੋਈ ਵੀ ਨੈਗੇਟਿਵ ਗੱਲ ਉਹਦੇ ਵਿੱਚ ਨਹੀਂ ਭਰਨੀ ਆਪਾਂ, ਜਿਹਦੇ ਨਾਲ ਉਹਦਾ ਮਾਈਂਡ ਮਤਲਬ ਚੇਂਜ ਹੋ ਜਾਏ ਜਾਂ ਡਿਪਰੈਸ ਹੋ ਜਾਏ। ਦੇਖੋ ਇਹ ਬਿਜ਼ਨਸ ਲੋਕ ਕਿਉਂ ਕਰਦੇ ਆ? ਆਪਣੇ ਪੇਰੈਂਟਸ ਨੂੰ ਠੀਕ ਕਰਨ ਦੇ ਲਈ, ਠੀਕ ਹੈ, ਆਪਣੇ ਮਾਤਾ ਪਿਤਾ ਦੀ ਖੁਸ਼ਹਾਲੀ ਲਈ। ਕੋਈ ਆਪਣੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਦੇਣੀ ਚਾਹੁੰਦਾ, ਕੋਈ ਬੈਸਟ ਮਤਲਬ ਫਰੀडम ਚਾਹੁੰਦਾ ਹੈ, ਫਾਈਨੈਂਸ਼ੀਅਲ ਫਰੀडम। ਤਾਂ ਦੇਖੋ ਇਹੋ ਜਿਹੇ ਸੁਪਨੇ ਲੈ ਕੇ ਲੋਕ ਬਿਜ਼ਨਸ ਜੁਆਇਨ ਕਰਦੇ ਆ, ਕਿੰਨਾ ਉਹਨਾਂ ਦੇ ਮਨ ਦੇ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ, ਕਿੰਨੇ ਚਾਹ ਹੁੰਦੇ ਆ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ। ਤੇ ਇਹੋ ਜਿਹੇ ਸਮੇਂ ਦੇ ਵਿੱਚ ਜੇਕਰ ਅਸੀਂ ਕਿਸੇ ਨੂੰ ਵੀ ਨੈਗੇਟਿਵਿਟੀ ਦਿੰਦੇ ਹਾਂ, ਉਹਨੂੰ ਡਿਪਰੈਸ ਕਰਦੇ ਹਾਂ, ਤਾਂ ਇਸ ਦਾ ਕੀ ਹੈ? ਇਸ ਦਾ ਨਤੀਜਾ ਬਹੁਤ ਬੁਰਾ ਹੁੰਦਾ ਹੈ। ਸਪੋਜ਼ ਕਰੋ ਮੰਨ ਲਓ ਸਾਡੇ ਹੀ ਕੋਈ ਬੱਚਾ ਹੈ, ਮੰਨ ਲਓ ਕੋਈ ਹਾਇਰ ਐਜੂਕੇਸ਼ਨ ਦੀ ਤਿਆਰੀ ਕਰ ਲਿਆ, ਮੀਨਸ IPS ਦੀ ਤਿਆਰੀ ਕਰ ਰਿਹਾ, ਤਾਂ ਦੇਖੋ ਸਾਡਾ ਮਨ ਕਿੰਨਾ ਖੁਸ਼ ਹੁੰਦਾ ਕਿ ਸਾਡਾ ਬੱਚਾ ਕਿਸੇ ਮੁਕਾਮ ਤੇ ਪਹੁੰਚ ਰਿਹਾ। ਜੇ ਕੋਈ ਬੰਦਾ, ਕੋਈ ਵੀ ਤੁਹਾਡਾ ਨੇਬਰ ਜਾਂ ਰਿਲੇਟਿਵ ਆ ਕੇ ਤੁਹਾਨੂੰ ਨੈਗੇਟਿਵਿਟੀ ਦਿੰਦਾ ਨਾ ਵੀ ਨਹੀਂ ਇਹ ਤੁਹਾਡੇ ਬੱਚੇ ਦੇ ਵੱਸ ਦੀ ਗੱਲ ਨਹੀਂ, ਇਹ ਨਹੀਂ ਕਰ ਸਕਦਾ, ਤਾਂ ਤੁਸੀਂ ਸੋਚ ਕੇ ਦੇਖੋ ਕਿ ਉਸ ਸਮੇਂ ਤੁਹਾਡੇ ਮਾਈਂਡ ਤੇ ਕੀ ਬੀਤਦੀ ਹੋਏਗੀ। ਤਾਂ ਇਸੇ ਤਰ੍ਹਾਂ ਹੀ ਜੋ ਤੁਹਾਡੇ ਜੂਨੀਅਰ ਹੈ ਜਾਂ ਬਿਜ਼ਨਸ ਵਿੱਚ ਨਵੇਂ ਆਏ ਹੈ, ਤਾਂ ਉਹਨਾਂ ਦੇ ਬਾਰੇ ਸੋਚਿਆ ਕਰੋ। ਕੋਈ ਵੀ ਗੱਲ ਕਿਸੇ ਨੂੰ ਬੋਲਣ ਤੋਂ ਪਹਿਲਾਂ ਤੇ ਅਪਲਾਈ ਕਰੋ, ਖੁਦ ਤੇ ਅਜਿਹਾ ਕਰਾਂ ਤਾਂ ਉਸਦੇ ਮਨ ਤੇ ਕਿੱਦਾਂ ਅਸਰ ਹੋਵੇਗਾ। ਇਸ ਕਰਕੇ ਕੋਈ ਵੀ ਏਦਾਂ ਦੀ ਨੈਗੇਟਿਵਿਟੀ ਕਿਸੇ ਨੂੰ ਪਾਸ ਆਊਟ ਨਹੀਂ ਕਰਨੀ। ਤੀਸਰਾ ਹੈਗਾ ਵੀ ਨੈਵਰ ਮਿਸ ਵਿਦ ਐਨੀਵਨ ਈਗੋ, ਮਨੀ ਐਂਡ ਸਪਾਊਸ, ਜੋ ਕਿ ਇਸ ਬਿਜ਼ਨਸ ਦਾ ਸਭ ਤੋਂ ਬੈਸਟ ਕਾਰਡੀਨਲ ਰੂਲ ਹੈ ਕਿ ਇਹ ਕਿ ਕਿਸੇ ਦੀ ਈਗੋ ਨੂੰ ਹਰਟ ਨਹੀਂ ਕਰਨਾ, ਚਾਹੇ ਉਹ ਕਿੱਦਾਂ ਦਾ ਹੋਵੇ, ਚਾਹੇ ਉਹ ਕਿਸੇ ਵੀ ਰੰਗ, ਚਾਹੇ ਗੋਰਾ ਹੈ, ਕਾਲਾ ਹੈ, ਕਿਸੇ ਧਰਮ ਨਾਲ ਸੰਬੰਧ ਹੈ, ਕਿਸੇ ਵੀ ਪ੍ਰੋਫੈਸ਼ਨ ਨਾਲ। ਦੇਖੋ ਇਸ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਹਰ ਪ੍ਰੋਫੈਸ਼ਨ ਦੇ ਲੋਕ ਆਉਂਦੇ ਆ, ਹਰ ਬੋਲੀ ਬੋਲਣ ਵਾਲੇ ਲੋਕ ਆਉਂਦੇ ਆ। ਵੀ ਇਹ ਫੈਮਿਲੀ ਬਿਜ਼ਨਸ ਹੈ, ਬਿਜ਼ਨਸ ਹੀ ਲੋਕਾਂ ਦਾ ਕਿ ਜਿਹਦੇ ਵਿੱਚ ਹਰ ਬੰਦਾ ਇਨਵੋਲਵ ਹੋ ਸਕਦਾ। ਇਸ ਕਰਕੇ ਸਾਨੂੰ ਕਦੇ ਵੀ ਕਿਸੇ ਦੀ ਈਗੋ ਨੂੰ ਹਰਟ ਨਹੀਂ ਕਰਨਾ ਚਾਹੀਦਾ।
ਜੇਕਰ ਅਸੀਂ ਕਿਸੇ ਦੀ ਈਗੋ ਨੂੰ ਹਰਟ ਕਰਾਂਗੇ ਤਾਂ ਅਸੀਂ ਖੁਦ ਦੀ ਬਰਬਾਦੀ ਲਈ ਜ਼ਿੰਮੇਵਾਰ ਹੋਵਾਂਗੇ। ਦੂਸਰਾ ਹੈ ਮਨੀ। ਤਾਂ ਇਸ ਬਿਜ਼ਨਸ ਦੇ ਵਿੱਚ ਪੈਸੇ ਦੀ ਵੀ ਮੈਨੇਜਮੈਂਟ ਕਰਨੀ ਚਾਹੀਦੀ ਹੈ ਕਿ ਪੈਸਾ ਇੱਕ ਅਜਿਹੀ ਚੀਜ਼ ਹੈ ਵੀ ਜਿਹੜਾ ਕਿਸੇ ਵੀ ਰਿਸ਼ਤੇ ਨੂੰ ਖਰਾਬ ਕਰ ਦਿੰਦਾ ਹੈ। ਦੇਖੋ ਪੈਸੇ ਦਾ ਲੈਣ ਦੇਣ ਇਸ ਬਿਜ਼ਨਸ ਵਿੱਚ ਚੱਲਦਾ, ਕੋਈ ਪ੍ਰੋਡਕਟ ਖਰੀਦਣਾ ਹੈ, ਕਿਸੇ ਦਾ ਆਰਡਰ ਪਵਾਇਆ ਜਾਂ ਆਪਾਂ ਕੁਛ ਵੀ ਹੈ, ਤਾਂ ਜੋ ਉਹ ਆਪਣਾ ਅਕਾਊਂਟ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਕਿਸੇ ਪ੍ਰਕਾਰ ਦੀ ਇਹਦੇ ਵਿੱਚ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ। ਕਈ ਵਾਰ ਅਸੀਂ ਸੋਚਦੇ ਹਾਂ, ਮੰਨ ਲਓ ਸਾਡਾ ਕਿਸੇ ਨੇ ਕੋਈ ਪੇਮੈਂਟ ਕੀਤੀ ਹੈ ਜਾਂ ਅਸੀਂ ਸੋਚਦੇ ਹਾਂ ਕੋਈ ਗੱਲ ਨਹੀਂ, ਉਹ ਤਾਂ ਭੁੱਲ ਗਿਆ, ਲੇਟ ਦੇ ਦਿਆਂਗੇ, ਬਟ ਅਜਿਹਾ ਨਹੀਂ। ਜਿਸਨੇ ਤੁਹਾਡੇ ਲਈ ਕੁਛ ਵੀ ਕੀਤਾ ਹੁੰਦਾ ਨਾ, ਜੇ ਉਹ 10 ਰੁਪਏ ਦਾ ਵੀ ਕੀਤਾ ਹੋਵੇ, ਉਸਨੂੰ ਯਾਦ ਹੁੰਦਾ ਹੈ ਕਿ ਮੈਂ ਉਸ ਪਰਸਨ ਲਈ ਇਹ ਕੰਮ ਕੀਤਾ ਹੈ। ਤਾਂ ਇਸ ਕਰਕੇ ਆਪਣੇ ਅਕਾਊਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਨਹੀਂ, ਅਕਾਊਂਟ ਤੁਹਾਡਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਤੇ ਲਾਸਟ ਇਹਦੇ ਵਿੱਚ ਸਪਾਊਸ ਕੀ ਹੈ, ਮੀਨਸ ਕਿ ਇਹ ਜਿਹੜਾ ਬਿਜ਼ਨਸ ਹੈ ਨਾ, ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਆ। ਤੁਹਾਡੀ ਮਦਰ ਵੀ ਹੋ ਸਕਦੀ ਹੈ, ਤੁਹਾਡੇ ਫਾਦਰ ਵੀ, ਤੁਹਾਡੀ ਵਾਈਫ ਹੋ ਸਕਦੀ ਹੈ, ਤੁਹਾਡੇ ਬੱਚੇ ਹੋ ਸਕਦੇ ਆ, ਹਰ ਕੈਟਾਗਰੀ ਦੇ ਲੋਕ ਆਉਂਦੇ ਆ। ਇਸ ਕਰਕੇ ਹਰ ਇੱਕ ਰਿਸ਼ਤੇ ਦੀ ਰਿਸਪੈਕਟ ਕਰੋ, ਕਿਸੇ ਵੀ ਰਿਸ਼ਤੇ ਨੂੰ ਬੁਰੀ ਨਜ਼ਰ ਨਾਲ ਨਾ ਦੇਖੋ, ਕਿਉਂਕਿ ਇਹ ਬਿਜ਼ਨਸ ਕੀ ਆ, ਆਪਣਾ ਹੈ, ਆਪਣੇ ਸਭ ਰਿਸ਼ਤਿਆਂ ਦਾ ਹੈ। ਇਸ ਕਰਕੇ ਸਾਨੂੰ ਹਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਅਸੀਂ ਹਰ ਰਿਸ਼ਤੇ ਦੀ ਕਦਰ ਕਰਾਂਗੇ, ਆਪਣੇ ਬ੍ਰਦਰ ਨੂੰ ਬ੍ਰਦਰ, ਸਿਸਟਰ ਛੋਟੇ ਨੂੰ ਸਿਸਟਰ ਸਮਝਾਂਗੇ, ਭੈਣ ਵੱਡਿਆਂ ਨੂੰ ਰਿਸਪੈਕਟ ਦੇਵਾਂਗੇ, ਤਾਂ ਹੀ ਅਸੀਂ ਇੱਕ ਬਿਜ਼ਨਸ ਦੇ ਵਿੱਚ ਲੰਬੀ ਚੇਨ ਬਣਾ ਸਕਾਂਗੇ। ਠੀਕ ਹੈ, ਸਾਡੀ ਟੀਮ ਸਟਰੋਂਗ ਹੋਵੇਗੀ, ਤੇ ਜੇ ਸਾਡੀ ਟੀਮ ਸਟਰੋਂਗ ਹੋਏਗੀ ਤਾਂ ਹੀ ਅਸੀਂ ਇਸ ਬਿਜ਼ਨਸ ਨੂੰ ਸਕਸੈਸਫੁਲੀ ਮੇਨਟੇਨ ਕਰ ਸਕਾਂਗੇ। ਥੈਂਕ ਯੂ ਸਰ।